स्टूडेंट्स पिछली वीडियो ਦੇ ਵਿੱਚ ਆਪਾਂ यूक्लिड ਵੰਡ ਲੈਮਾ ਦੇ ਬਾਰੇ ਪੜ੍ਹਿਆ ਸੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ यूक्लिड ਵੰਡ ਐਲਗੋਰਿਥਮ ਇਹ ਕੀ ਹੁੰਦਾ ਇਹਦੇ ਬਾਰੇ ਸਮਝਾਂਗੇ ਅਤੇ HCF ਜਿਹਨੂੰ ਆਪਾਂ ਮੰਮਾ ਸੱਸਾ ਵਾਵਾ ਵੀ ਕਹਿੰਦੇ ਆ ਇਹ ਕੀ ਹੁੰਦਾ ਤੇ ਇਹਨੂੰ ਆਪਾਂ ਕਿਵੇਂ ਕੱਢਦੇ ਆ HCF ਕਿਸੇ ਵੀ ਦਿੱਤੀਆਂ ਹੋਈਆਂ ਸੰਖਿਆਵਾਂ ਦੋ ਸੰਖਿਆਵਾਂ ਦਾ HCF ਕਿਵੇਂ ਪਤਾ ਕਰਦੇ ਆ ਇਹ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ यूक्लिड ਵੰਡ ਜਿਹੜਾ ਐਲਗੋਰਿਥਮ ਆ ਉਹ ਕੀ ਹੁੰਦਾ। ਜਦੋਂ ਅਸੀਂ यूक्लिड ਵੰਡ ਪ੍ਰਮੇਇਕਾ ਦੀ ਵਰਤੋਂ ਕਰਕੇ ਕਿਸੇ ਦੋ ਸੰਪੂਰਨ ਸੰਖਿਆਵਾਂ ਦਾ ਮੰਮਾ ਸੱਸਾ ਵਾਵਾ ਜਿਸ ਦਾ ਮਤਲਬ ਹੈ ਮਹੱਤਵ ਸਮਾਪਵਰਤਕ ਜਾਂ ਇਹਨੂੰ ਇੰਗਲਿਸ਼ ਵਿੱਚ HCF ਪਤਾ ਕਰਦੇ ਹਾਂ ਤਾਂ ਇਸ ਤਰੀਕੇ ਨੂੰ यूक्लिड ਵੰਡ ਐਲਗੋਰਿਥਮ ਕਹਿੰਦੇ ਹਾਂ। ਤਾਂ ਮਤਲਬ ਕੀ ਆਪਾਂ यूक्लिड ਵੰਡ ਜਿਹੜਾ ਪ੍ਰਮੇਇਕਾ ਜਿਹੜੀ ਆਪਾਂ ਇਸ ਤੋਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਦੇਖੋ, ਉਸ ਤੋਂ ਬਾਅਦ ਇਹ ਵੀਡੀਓ ਦੇਖੋ ਤਾਂ ਫਿਰ ਤੁਹਾਨੂੰ ਸਹੀ ਸਮਝ ਆਵੇਗਾ। ਤਾਂ यूक्लिड ਵੰਡ ਪ੍ਰਮੇਇਕਾ ਦੀ ਜਦੋਂ ਵਰਤੋਂ ਕਰਕੇ ਆਪਾਂ ਕਿਸੇ ਵੀ ਦਿੱਤੀਆਂ ਹੋਈਆਂ ਜਿਹੜੀਆਂ ਦੋ ਸੰਖਿਆਵਾਂ ਹੁੰਦੀਆਂ ਉਹਨਾਂ ਦਾ ਜਦੋਂ ਆਪਾਂ ਮੰਮਾ ਸੱਸਾ ਵਾਵਾ ਜਾਂ ਜਿਹਨੂੰ HCF ਕਹਿੰਦੇ ਇੰਗਲਿਸ਼ ਵਿੱਚ HCF ਦੀ ਤਾਂ ਕੀ ਮਤਲਬ ਆ ਹਾਈਐਸਟ ਕਾਮਨ ਫੈਕਟਰ, ਹਾਈਐਸਟ ਕਾਮਨ ਫੈਕਟਰ ਤੇ ਇਹਨੂੰ ਪੰਜਾਬੀ ਦੇ ਵਿੱਚ ਇਹਨੂੰ ਮਹੱਤਵ ਸਮਾਪਵਰਤਕ ਕਹਿੰਦੇ ਆ। ਤਾਂ ਉਹ ਥੋੜ੍ਹਾ ਔਖਾ ਲੱਗਦਾ ਤਾਂ ਤੁਸੀਂ ਇਹਨੂੰ ਵੈਸੇ ਜਾਂ ਇਹਨੂੰ ਤੁਸੀਂ ਮੰਮਾ ਸੱਸਾ ਵਾਵਾ ਇਸ ਤਰੀਕੇ ਨਾਲ ਯਾਦ ਰੱਖਿਓ ਤੇ ਜਾਂ ਇਹਨੂੰ ਤੁਸੀਂ HCF ਤਾਂ ਸੌਖਾ ਕੀ ਆ HCF ਹੀ ਲੱਗਦਾ ਮੈਨੂੰ। ਤਾਂ HCF ਆਪਾਂ ਦੇਖਦੇ ਹਾਂ। ਤਾਂ HCF ਆਪਾਂ ਪਤਾ ਕਰਨਾ ਕਿਹੜੀ ਵਿਧੀ ਦੇ ਰਾਹੀਂ यूक्लिड ਵੰਡ ਐਲਗੋਰਿਥਮ ਵਿਧੀ ਦੇ ਰਾਹੀਂ HCF ਪਤਾ ਕਰਾਂਗੇ। ਹੁਣ HCF ਜਿਹੜਾ ਸਭ ਤੋਂ ਪਹਿਲਾਂ HCF ਦੇ ਬਾਰੇ ਹੋਰ ਜਾਣਾਂਗੇ ਆਪਾਂ ਵੀ HCF ਅਸਲ ਦੇ ਵਿੱਚ ਹੁੰਦਾ ਕੀ ਹੈ। ਤਾਂ ਆਪਾਂ ਲਿਖ ਲੈਂਦੇ ਹਾਂ ਮੰਮਾ ਸੱਸਾ ਵਾਵਾ ਜਾਂ ਇਹਨੂੰ ਇੰਗਲਿਸ਼ ਵਿੱਚ ਆਪਾਂ ਕਹਿੰਦੇ ਹਾਂ HCF। ਇਹ ਕੀ ਹੁੰਦਾ ਹੁਣ ਆਪਾਂ ਇਹ ਜਾਣਨਾ ਆਪਾਂ ਇਹਦੇ ਵਿੱਚ ਵੀ ਇਹ ਕੀ ਹੁੰਦਾ ਅਸਲ ਦੇ ਵਿੱਚ ਇਹ ਕੀ ਹੁੰਦਾ। ਇਹਨੂੰ ਜੇ ਹੋਰ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਹੁੰਦਾ ਵੱਡਾ ਸਾਂਝਾ ਗੁਣਨਖੰਡ। ਇਹ ਅਸਲ ਦੇ ਵਿੱਚ ਜਿਹੜਾ HCF ਆ ਇਹ ਇੰਗਲਿਸ਼ ਦੇ ਵਿੱਚ ਹੈਗਾ ਹਾਈਐਸਟ, ਇਹ HCF ਹਾਈਐਸਟ ਕਾਮਨ ਫੈਕਟਰ। ਤੇ ਜਦੋਂ ਇਹਨੂੰ ਆਪਾਂ ਇੰਗਲਿਸ਼ ਤੋਂ ਪੰਜਾਬੀ 'ਚ ਕਨਵਰਟ ਕਰਦੇ ਹਾਂ ਤਾਂ ਇਹ ਬਣਦਾ ਹਾਈਐਸਟ ਤਾਂ ਬਣ ਗਿਆ ਵੱਡਾ, ਕਾਮਨ ਮਤਲਬ ਸਾਂਝਾ ਤੇ ਫੈਕਟਰ ਦਾ ਮਤਲਬ ਗੁਣਨਖੰਡ। ਤਾਂ ਆਪਾਂ ਵੱਡਾ ਸਾਂਝਾ ਗੁਣਨਖੰਡ ਜਿਹੜਾ ਸੰਖਿਆਵਾਂ ਦਾ ਹੁੰਦਾ ਉਹ ਪਤਾ ਕਰਨਾ। ਹੁਣ ਇਹਦੇ ਵਿੱਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਗੁਣਨਖੰਡ ਕੀ ਹੁੰਦਾ, ਇਹ ਵੀ ਜ਼ਰੂਰੀ ਆ ਵੀ ਗੁਣਨਖੰਡ ਕੀ ਹੁੰਦਾ। ਤਾਂ ਗੁਣਨਖੰਡ ਕੀ ਹੁੰਦਾ, ਗੁਣਨਖੰਡ ਅਜਿਹੀ ਸੰਖਿਆ ਹੁੰਦੀ ਆ ਜਿਹੜੀ ਕਿਸੇ ਵੀ ਦਿੱਤੀ ਹੋਈ ਸੰਖਿਆ ਨੂੰ ਜਦੋਂ ਭਾਗ ਕਰਦੇ ਆ ਉਹਦੇ ਨਾਲ ਤਾਂ ਉਹਨੂੰ ਉਹ ਬਿਨਾਂ ਕਿਸੇ ਬਾਕੀ ਬਚਣ ਦੇ ਪੂਰਾ ਵੰਡਦਾ ਹੈ, ਜਿਹੜਾ ਗੁਣਨਖੰਡ ਹੁੰਦਾ। ਆਪਾਂ ਉਦਾਹਰਨ ਲੈ ਲਈਏ, ਮਤਲਬ ਮੰਨ ਲਓ ਆਪਣੇ ਕੋਲੇ 12 ਹੈਗਾ, ਕੋਈ ਸੰਖਿਆ 12 ਦਿੱਤੀ ਆ। ਹੁਣ ਇਹਦੇ ਗੁਣਨਖੰਡ ਕੀ ਹੋਣਗੇ, ਇਹਦੇ ਗੁਣਨਖੰਡ ਅਜਿਹੀ ਸੰਖਿਆ ਹੋਊਗੀ ਜਿਹੜੀ ਜਦੋਂ ਇਸ ਨੂੰ ਆਪਾਂ ਉਸ ਸੰਖਿਆ ਨਾਲ ਭਾਗ ਕਰਾਂਗੇ ਤਾਂ ਬਾਕੀ ਕੁਛ ਵੀ ਨਹੀਂ ਬਚੂਗਾ, ਮਤਲਬ ਸਿਫਰ ਆਉਣਾ ਚਾਹੀਦਾ ਉੱਥੇ। ਉਦਾਹਰਨ ਦੇ ਤੌਰ 'ਤੇ ਮੰਨ ਲਓ ਆਪਾਂ 12 ਨੂੰ 1 ਦੇ ਨਾਲ ਭਾਗ ਕਰਦੇ ਹਾਂ, 1 ਦੇ ਨਾਲ ਭਾਗ ਕਰਨ 'ਤੇ 1 ਨੂੰ 12 ਨਾਲ ਕਰਾਂਗੇ ਤਾਂ 12 ਆ ਗਿਆ ਅਤੇ ਬਾਕੀ ਕੀ ਬਚਿਆ 0। ਤਾਂ ਇੱਥੇ ਬਾਕੀ 0 ਬਚਿਆ, ਇਹਦਾ ਮਤਲਬ 1 ਕੀ ਹੋ ਗਿਆ, ਇਹਦਾ ਗੁਣਨਖੰਡ ਹੋ ਗਿਆ। 12 ਦਾ ਗੁਣਨਖੰਡ ਕੀ ਹੋ ਗਿਆ 1। ਹੁਣ ਆਪਾਂ 12 ਨੂੰ ਆਪਾਂ 2 ਤੇ ਕਰਕੇ ਦੇਖੀਏ ਭਾਗ, 2 ਨੂੰ 6 ਨਾਲ ਕੀਤਾ 12 ਅਤੇ ਬਾਕੀ ਬਚਿਆ 0। ਇਹਦਾ ਮਤਲਬ 2 ਵੀ ਕੀ ਹੋ ਗਿਆ ਇਹਦਾ ਗੁਣਨਖੰਡ, ਕਿਉਂਕਿ ਆਪਾਂ ਕਿਹਾ ਸੀ ਵੀ ਗੁਣਨਖੰਡ ਅਜਿਹੀ ਸੰਖਿਆ ਹੁੰਦੀ ਹੈ ਜਿਹੜੀ ਦਿੱਤੀ ਹੋਈ ਸੰਖਿਆ ਨੂੰ ਜਦੋਂ ਭਾਗ ਕਰਦੇ ਹਾਂ ਤਾਂ ਬਾਕੀ ਕੀ ਆ 0 ਹੋਣਾ ਚਾਹੀਦਾ ਉੱਥੇ, ਬਾਕੀ ਪਿੱਛੇ ਕੁਛ ਨਾ ਬਚੇ, ਮਤਲਬ ਕਿ ਉਸ ਨੂੰ ਪੂਰਾ ਭਾਗ ਕਰੇ। ਅਤੇ ਇਸੇ ਤਰੀਕੇ ਨਾਲ ਹੁਣ ਆਪਾਂ ਦੇਖੀਏ ਵੀ ਇਹਦੀ ਹੋਰ ਗੁਣਨਖੰਡ ਕਿਹੜੇ ਹੋਣਗੇ 12 ਦੇ। ਇਹਨੂੰ ਆਪਾਂ ਹੁਣ 3 ਨਾਲ ਭਾਗ ਕਰਕੇ ਦੇਖਦੇ ਹਾਂ। 12 ਵਿੱਚ ਰੱਖਿਆ 3
3 ਨੂੰ 4 ਨਾਲ ਕੀਤਾ 12 ਤੇ ਇੱਥੇ ਫਿਰ 0 ਆ ਗਿਆ। ਇਹਦਾ ਮਤਲਬ 3 ਵੀ ਕੀ ਹੋ ਗਿਆ, ਇਹਦਾ ਗੁਣਨਖੰਡ ਹੋ ਗਿਆ। ਹੁਣ ਅੱਗੇ 3 ਤੋਂ ਬਾਅਦ ਆਪਾਂ ਇਹਨੂੰ 4 ਨਾਲ ਕਰਕੇ ਦੇਖੀਏ। 4 ਤੀਏ 12, ਇਹ ਵੀ 0 ਆ ਗਿਆ। ਇਹਦਾ ਮਤਲਬ 4 ਵੀ ਇਹਦਾ ਗੁਣਨਖੰਡ ਹੋ ਗਿਆ 12 ਦਾ। ਫਿਰ ਆਪਾਂ ਇਹਨੂੰ ਕਰਕੇ ਵੇਖੀਏ ਹੁਣ 5 ਨਾਲ। 5 ਦੂਣੇ 10 ਅਤੇ ਪਿੱਛੇ ਕਿੰਨਾ ਬਚਿਆ 2। ਹੁਣ ਇੱਥੇ ਦੇਖੋ, ਇੱਥੇ ਆਪਣੇ ਕੋਲ 2 ਬਚ ਗਿਆ, ਇਹ 0 ਨਹੀਂ ਆਏਗਾ, ਅਤੇ ਇਹਦਾ ਮਤਲਬ 5 ਇਹਦਾ ਗੁਣਨਖੰਡ ਨਹੀਂ ਗਾ। ਆਪਾਂ 5 ਇੱਥੇ ਨਹੀਂ ਲਿਖਾਂਗੇ। ਉਸ ਤੋਂ ਅੱਗੇ ਆ ਜਾਓ 6। 6 ਨਾਲ ਕਰਕੇ ਵੇਖੀਏ ਇਹਨੂੰ ਭਾਗ। 6 ਦੂਣੀ 12 ਅਤੇ 0 ਆ ਗਿਆ। ਇਹਦਾ ਮਤਲਬ 6 ਵੀ ਕੀ ਹੈਗਾ, ਇਹਦਾ ਗੁਣਨਖੰਡ ਹੈਗਾ। ਹੁਣ ਇਹਨੂੰ ਆਪਾਂ 7 ਨਾਲ ਕਰਕੇ ਦੇਖੀਏ। 7 ਏਕਮ 7, ਕਿੰਨਾ ਬਚਿਆ 5। ਹੁਣ ਇੱਥੇ 0 ਨਹੀਂ ਆਇਆ, ਇਹਦਾ ਮਤਲਬ 7 ਇਹਦਾ ਗੁਣਨਖੰਡ ਨਹੀਂ ਗਾ। ਫਿਰ ਇਹਨੂੰ ਆਪਾਂ 8 ਨਾਲ ਕਰ ਲਈਏ। 8 ਨੂੰ ਕੀਤਾ, ਕਿੰਨਾ ਆ ਗਿਆ 4। ਇਹਦਾ ਮਤਲਬ 8 ਵੀ ਇਹਦਾ ਗੁਣਨਖੰਡ ਨਹੀਂ ਗਾ। ਐਸੇ ਤਰੀਕੇ ਨਾਲ ਕਰਦੇ ਹੋਏ ਆਪਾਂ ਵੇਖਾਂਗੇ 9 ਵੀ ਇਹਦਾ ਗੁਣਨਖੰਡ ਨਹੀਂ ਹੋਊਗਾ, 10 ਵੀ ਨਹੀਂ ਹੋਊਗਾ, 11 ਵੀ ਨਹੀਂ ਹੋਊਗਾ, ਬਸ ਕੀ ਹੋਊਗਾ ਅਖੀਰ 'ਤੇ 12। ਤਾਂ ਇਹ ਜਿਹੜੇ ਹੈਗੇ ਆ, ਇਹ ਆਪਣੇ ਕੋਲ ਇਹਦੇ ਗੁਣਨਖੰਡ ਆ ਗਏ ਆ 12 ਦੇ। ਆਹ ਸਾਰੇ ਕੀ ਆ 12 ਦੇ ਗੁਣਨਖੰਡ ਆ। ਕਿੰਨੇ ਤੋਂ ਕਿੰਨੇ 1 2 3 4 6 ਅਤੇ 12, ਇਹ ਇਹਦੇ 12 ਦੇ ਗੁਣਨਖੰਡ ਆ ਗਏ। ਹੁਣ ਆਪਾਂ ਇੱਕ ਸੰਖਿਆ 12 ਸੀ, ਅਤੇ ਹੁਣ ਆਪਾਂ ਇੱਕ ਹੋਰ ਸੰਖਿਆ ਲੈਂਦੇ ਹਾਂ 8। ਮੰਨ ਲਓ ਇੱਕ ਸੰਖਿਆ ਆਪਾਂ ਲਈ 8। ਹੁਣ ਆਪਾਂ ਇਹਦੇ ਗੁਣਨਖੰਡ ਆਪਾਂ ਪਤਾ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਜਿਹੜੇ 12 ਦੇ ਗੁਣਨਖੰਡ ਲਿਖ ਲਈਏ। 12 ਜਿਹੜੀ ਪਹਿਲੀ ਸੰਖਿਆ ਸੀ, ਉਹਦੇ ਗੁਣਨਖੰਡ ਸੀ ਆਪਣੇ ਕੋਲ 1 2 3 4 6 ਅਤੇ 12। ਹੁਣ ਆਪਾਂ 8 ਦੇ ਗੁਣਨਖੰਡ ਪਤਾ ਕਰਦੇ ਹਾਂ। ਤਾਂ ਉਸੇ ਵਿਧੀ ਦੇ ਨਾਲ ਆਪਾਂ 8 ਨੂੰ ਪਹਿਲਾਂ 1 'ਤੇ ਭਾਗ ਕਰਦੇ ਹਾਂ। 1 ਨੂੰ 8 ਨਾਲ ਕੀਤਾ, ਕਿੰਨਾ ਆ ਗਿਆ 8 ਅਤੇ ਆ ਗਿਆ 0। ਇਹਦਾ ਮਤਲਬ 1 ਵੀ ਕੀ ਹੋ ਗਿਆ, ਇਹਦਾ ਗੁਣਨਖੰਡ ਹੈਗਾ 1। ਫਿਰ 8 ਨੂੰ 2 'ਤੇ ਕਿੰਨਾ ਆ ਗਿਆ 0, 2 ਹੈਗਾ ਗੁਣਨਖੰਡ ਇਹਦਾ ਮਤਲਬ। ਫਿਰ 8 ਨੂੰ 3 'ਤੇ ਕੀਤਾ, 3 ਦੂਣੀ 6, ਇੱਥੇ ਬਚਿਆ 2, 0 ਨਹੀਂ ਆਇਆ, ਇਹਦਾ ਮਤਲਬ 3 ਇਹਦਾ ਗੁਣਨਖੰਡ ਹੈ ਨਹੀਂ ਗਾ। ਫਿਰ 4 'ਤੇ 4 ਨੂੰ 2 ਨਾਲ ਕੀਤਾ 8, 0 ਆ ਗਿਆ, 4 ਇਹਦਾ ਗੁਣਨਖੰਡ ਹੈਗਾ, ਆਪਾਂ ਇੱਥੇ ਲਿਖ ਲਾਂਗੇ। 4 ਤੋਂ ਬਾਅਦ ਫਿਰ ਆਪਾਂ 5 'ਤੇ ਕਰਕੇ ਦੇਖੀਏ। 5 ਏਕਮ 5, ਕਿੰਨਾ ਬਚ ਗਿਆ 3, ਨਹੀਂ ਆਇਆ 0, ਇਹਦਾ ਮਤਲਬ 5 ਨਹੀਂ ਗਾ ਗੁਣਨਖੰਡ। ਫਿਰ 6 'ਤੇ 6 ਏਕਮ 6, 2, ਇੱਥੇ 0 ਨਹੀਂ ਆਇਆ, 6 ਵੀ ਇਹਦਾ ਗੁਣਨਖੰਡ ਨਹੀਂ ਗਾ। ਅਤੇ ਫਿਰ ਇਹਨੂੰ ਕਰਾਂਗੇ ਆਪਾਂ 7 'ਤੇ 7 ਏਕਮ 7, 1 ਆ ਗਿਆ, ਇਹ ਵੀ 0 ਨਹੀਂ ਆਇਆ, ਇਹਦਾ ਗੁਣਨਖੰਡ ਨਹੀਂ ਗਾ। ਅਤੇ ਫਿਰ ਇਹਨੂੰ ਕਰਾਂਗੇ ਆਪਾਂ 8 'ਤੇ 8 ਏਕਮ 8, 0 ਆ ਗਿਆ, ਇਹਦਾ ਮਤਲਬ 8 ਇਹਦਾ ਗੁਣਨਖੰਡ ਹੈਗਾ। ਤਾਂ ਹੁਣ ਇੱਥੇ ਦੇਖੋ, ਹਜੇ ਮੈਂ ਗੁਣਨਖੰਡ ਹੀ ਤੁਹਾਨੂੰ ਸਮਝਾ ਰਿਹਾ। ਤਾਂ ਜਿਹੜਾ HCF ਆ, ਉਹਦੇ ਬਾਰੇ ਜਦੋਂ ਇਹ ਸਮਝ ਆਊਗੀ ਫਿਰ ਹੀ ਅੱਗੇ ਆਪਾਂ ਉਹਦੇ ਬਾਰੇ ਚੱਲਾਂਗੇ। ਤਾਂ ਹੁਣ ਦੇਖੋ, 2 ਸੰਖਿਆਵਾਂ ਆਪਾਂ ਲਈਆਂ ਸੀ, ਇੱਕ ਤਾਂ ਸੀਗੀ 12 ਅਤੇ ਇੱਕ 8। ਇਹਨਾਂ ਦੋਨਾਂ ਸੰਖਿਆਵਾਂ ਦੇ ਆਪਾਂ ਗੁਣਨਖੰਡ ਪਤਾ ਕਰ ਲਿਆ। ਆ 12 ਦੇ ਲਿਖ ਲਏ ਅਤੇ ਆ 8 ਦੇ ਲਿਖ ਲਏ। ਹੁਣ ਸਮਝ ਆਪਾਂ ਕੀ ਰਹੇ ਹਾਂ ਇਸ ਵੀਡੀਓ ਦੇ ਵਿੱਚ, ਜਿਹੜਾ ਮੇਨ ਮਕਸਦ ਹੈ ਆਪਣਾ ਉਹ ਸਮਝਣਾ ਆਪਾਂ HCF ਦੇ ਬਾਰੇ। HCF ਮੈਂ ਤੁਹਾਨੂੰ ਕੀ ਦੱਸਿਆ ਸੀਗਾ, ਕੀ ਹੁੰਦਾ ਵੱਡਾ ਸਾਂਝਾ ਗੁਣਨਖੰਡ, ਇਹ ਹੁੰਦਾ HCF। ਤਾਂ ਜਿਹੜਾ ਵੱਡਾ ਸਾਂਝਾ ਗੁਣਨਖੰਡ ਆ, ਹੁਣ ਦੇਖੋ 2 ਸੰਖਿਆਵਾਂ, ਕਿਸੇ ਵੀ 2 ਸੰਖਿਆਵਾਂ ਦਾ HCF ਹੀ ਪਤਾ ਕਰਨਾ ਹੁੰਦਾ ਆਪਾਂ। ਤਾਂ 2 ਸੰਖਿਆਵਾਂ 12 ਅਤੇ 8 ਆ। ਤਾਂ ਇਹਨਾਂ ਦੇ ਵਿੱਚ ਹੁਣ ਦੇਖੋ ਵੱਡਾ ਸਾਂਝਾ ਗੁਣਨਖੰਡ ਕਿਹੜਾ ਹੋਊਗਾ, ਵੀ ਜਿਹੜਾ ਦੋਨਾਂ ਦੇ ਵਿੱਚ ਹੋਵੇ ਗੁਣਨਖੰਡ ਅਤੇ ਵੱਡਾ ਹੋਵੇ। ਹੁਣ ਇੱਕ ਆ ਜਿਹੜਾ ਇਹਦੇ 'ਚ ਵੀ ਹੈਗਾ, ਇਹਦੇ 'ਚ ਵੀ ਹੈਗਾ, ਪਰ ਆਪਾਂ ਨਾਲ ਹੀ ਦੇਖੀਏ 1 ਤੋਂ ਵੱਡਾ 2 ਆ ਗਿਆ, ਉਹ ਇਹਦੇ 'ਚ ਵੀ ਹੈਗਾ, ਇਹਦੇ 'ਚ ਵੀ ਹੈਗਾ। ਆਪਾਂ ਸਾਰਿਆਂ ਤੋਂ ਵੱਡੀ ਸੰਖਿਆ ਵੇਖਣੀ ਹੈ ਜਿਹੜੀ ਦੋਨਾਂ ਦੇ ਵਿੱਚ ਹੋਵੇ। ਤਾਂ ਉਹ ਕਿਹੜੀ ਹੈ, 4 ਆ ਇਹਦੇ ਵਿੱਚ। 4 ਆ ਦੇਖੋ, ਇਹਦੇ ਵਿੱਚ 12 ਦੇ ਵਿੱਚ ਵੀ ਗੁਣਨਖੰਡਾਂ 'ਚ ਪਿਆ ਅਤੇ 8 ਦੇ ਗੁਣਨਖੰਡਾਂ ਵਿੱਚ ਵੀ ਪਿਆ। ਤਾਂ ਇਹ ਹੈਗਾ ਆਪਣਾ ਵੱਡਾ ਸਾਂਝਾ ਗੁਣਨਖੰਡ ਕਾਹਦਾ, 12 ਅਤੇ 8 ਦਾ। ਤਾਂ ਆਪਾਂ ਇਹਨੂੰ ਐਂ ਕਰਕੇ ਲਿਖ ਸਕਦੇ ਹਾਂ, HCF 12 ਅਤੇ 8 ਦਾ ਕਿੰਨਾ ਆ ਗਿਆ 4। ਠੀਕ ਹੈ। ਤਾਂ ਇਹ ਤੁਹਾਨੂੰ ਗੁਣਨਖੰਡ ਦੱਸਿਆ ਵੀ ਵੱਡਾ ਸਾਂਝਾ ਗੁਣਨਖੰਡ ਕੀ ਹੁੰਦਾ ਅਸਲ ਦੇ ਵਿੱਚ, HCF ਜਿਹਨੂੰ ਆਪਾਂ ਕਰਦੇ ਹਾਂ। ਹੁਣ ਪਰ ਜਿਹੜੀ ਆਹ ਉੱਪਰ ਵਿਧੀ ਆ, ਜਿਹੜੀ ਮੈਂ ਜਿਹਦੇ ਨਾਲ ਇਹਦੇ ਗੁਣਨਖੰਡ ਕੱਢਿਆ,
ਇਹ ਵਿਧੀ ਆਪਾਂ ਨਹੀਂ ਵਰਤਣੀ ਕਿਉਂਕਿ ਇਹ ਵਿਧੀ ਥੋੜ੍ਹੀ ਲੰਬੀ ਹੋ ਜਾਂਦੀ ਆ। ਇਸ ਕਰਕੇ ਆਪਾਂ ਕਿਹੜੀ ਵਿਧੀ ਵਰਤਣੀ ਆ, ਜਿਹੜੀ ਵਿਧੀ ਆਪਾਂ ਵਰਤਾਂਗੇ ਉਹ ਹੁਣ ਮੈਂ ਅੱਗੇ ਤੁਹਾਨੂੰ ਸਮਝਾਉਣ ਜਾ ਰਿਹਾ। ਜਿਵੇਂ ਕਿ ਮੈਂ ਸ਼ੁਰੂ ਦੇ ਵਿੱਚ ਕਿਹਾ, ਆਪਾਂ ਵਿਧੀ ਵਰਤਣੀ ਆ ਯੂਕਲਿਡ ਵੰਡ ਐਲਗੋਰਿਥਮ। ਯੂਕਲਿਡ ਵੰਡ ਐਲਗੋਰਿਥਮ ਇਹ ਵਿਧੀ ਆਪਾਂ ਵਰਤਾਂਗੇ ਅਤੇ ਇਹਦੇ ਨਾਲ ਆਪਾਂ ਕਿਸੇ ਵੀ ਦੋ ਦਿੱਤੀਆਂ ਹੋਈਆਂ ਸੰਖਿਆਵਾਂ ਦਾ ਜਿਹੜਾ ਹੈਗਾ ਕੀ ਪਤਾ ਕਰਾਂਗੇ, HCF ਜਾਂ ਮੰਮਾ ਸੱਸਾ ਵਾਵਾ, ਮੰਮਾ ਸੱਸਾ ਵਾਵਾ ਜਾਂ HCF ਮਤਲਬ ਵੱਡਾ ਸਾਂਝਾ ਗੁਣਨ ਖੰਡ। ਇਹ ਆਪਾਂ ਇਸ ਵਿਧੀ ਦੇ ਨਾਲ ਜਿਹੜਾ ਇਹ ਆਪਾਂ ਹੁਣ ਸਿੱਖਾਂਗੇ। ਤਾਂ ਇਹ ਵਿਧੀ ਦੇਖੋ ਆਪਾਂ ਕਿਵੇਂ ਵਰਤਾਂਗੇ। ਇਸ ਵਿਧੀ ਨੂੰ ਸਮਝਣ ਦੇ ਲਈ ਮੈਂ ਤੁਹਾਨੂੰ ਸਟੈਪ ਦੱਸੂਗਾ, ਉਹ ਸਟੈਪ ਤੁਸੀਂ ਯਾਦ ਰੱਖਣੇ। ਆਪਾਂ ਮੰਨ ਲਓ ਕੋਈ ਦੋ ਸੰਖਿਆਵਾਂ ਲੈਂਦੇ ਹਾਂ। ਮੰਨ ਲਓ ਕੋਈ ਦੋ ਸੰਖਿਆਵਾਂ A ਅਤੇ B ਆਪਾਂ ਲਈਆਂ, ਠੀਕ ਹੈ। ਤਾਂ ਪਹਿਲੇ ਸਟੈਪ ਦੇ ਵਿੱਚ ਆਪਾਂ ਕੀ ਕਰਾਂਗੇ, ਇਹਨਾਂ ਦੋਨਾਂ ਦੇ ਵਿੱਚੋਂ ਜਿਹੜੀ ਸੰਖਿਆ ਵੱਡੀ ਹੋਊਗੀ ਉਹਨੂੰ ਆਪਾਂ ਛੋਟੀ ਸੰਖਿਆ 'ਤੇ ਆਪਾਂ ਕੀ ਕਰਾਂਗੇ, ਭਾਗ ਕਰ ਦਿਆਂਗੇ। ਮੰਨ ਲਓ ਆਪਾਂ A ਵੱਡੀ ਰੱਖਾਂਗੇ B ਦੇ ਨਾਲੋਂ, ਤਾਂ ਆਪਾਂ ਕੀ ਕਰਾਂਗੇ, A ਨੂੰ B ਦੇ ਉੱਪਰ ਆਪਾਂ ਕੀ ਕਰਾਂਗੇ, ਭਾਗ ਕਰ ਦਿਆਂਗੇ। ਜਦੋਂ B ਨਾਲ ਆਪਾਂ ਭਾਗ ਕਰਾਂਗੇ ਤਾਂ ਇੱਥੇ ਕੁਛ ਆਊਗਾ, ਭਾਗਫਲ ਜਿਹਨੂੰ ਕਹਿੰਦੇ ਹੁੰਦੇ ਆਪਾਂ। ਤਾਂ ਇੱਥੇ ਕੀ ਆਉਂਦਾ ਹੁੰਦਾ, ਜਿਹੜਾ ਬਾਕੀ ਬਚਦਾ ਹੁੰਦਾ ਉਹਨੂੰ ਆਪਾਂ R ਦੇ ਨਾਲ ਲਿਖਦੇ ਹੁੰਦੇ ਹਾਂ, ਬਾਕੀ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਕਰਾਂਗੇ। ਤਾਂ ਪਹਿਲੇ ਸਟੈਪ ਦੇ ਵਿੱਚ ਜੇਕਰ R ਜਿਹੜਾ ਬਾਕੀ ਆਪਣਾ R ਦੀ ਇੱਥੇ ਜਗ੍ਹਾ 'ਤੇ 0 ਆ ਜਾਂਦੀ ਆ, ਕੀ ਆ ਜਾਂਦਾ 0, ਤਾਂ ਫਿਰ ਆਪਾਂ ਇੱਥੇ ਹੀ ਰੁਕ ਜਾਵਾਂਗੇ ਅਤੇ ਜਿਹੜਾ ਇਹਨਾਂ ਦੋਨਾਂ 'ਚ ਛੋਟੀ ਸੰਖਿਆ ਹੋਊਗੀ ਉਹੀ ਕੀ ਹੋਊਗਾ, ਆਪਣਾ HCF ਹੋਊਗਾ ਦੋਨੋਂ ਸੰਖਿਆਵਾਂ। ਇਹਦੀ ਆਪਾਂ ਇੱਕ ਉਦਾਹਰਨ ਲੈ ਲੈਂਦੇ ਹਾਂ, ਇੱਕ ਐਗਜ਼ਾਮਪਲ ਲੈਂਦੇ ਹਾਂ। ਆਪਾਂ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਆਪਣੇ ਕੋਲ ਹੈਗੀ ਆ ਇੱਕ ਸੰਖਿਆ ਹੈਗੀ ਆ, ਵੱਡੀ ਸੰਖਿਆ ਹੈਗੀ ਆ 12 ਅਤੇ ਛੋਟੀ ਸੰਖਿਆ ਮੰਨ ਲਓ ਆਪਣੇ ਕੋਲ ਹੈਗੀ ਆ 6। ਇਹਨਾਂ ਦੋਨਾਂ ਦਾ ਹੁਣ ਆਪਾਂ ਯੂਕਲਿਡ ਵੰਡ ਐਲਗੋਰਿਥਮ ਵਿਧੀ ਦਾ ਜਿਹੜਾ ਪਹਿਲਾ ਸਟੈਪ ਲਾਵਾਂਗੇ। ਆਪਾਂ ਪਹਿਲਾ ਸਟੈਪ ਕੀ ਹੈ, ਇਹਦੇ 'ਚ ਜਿਹੜੀ ਵੱਡੀ ਸੰਖਿਆ ਉਹਨੂੰ ਆਪਾਂ ਛੋਟੀ ਸੰਖਿਆ ਦੇ ਉੱਪਰ ਕੀ ਕਰਾਂਗੇ, ਭਾਗ ਕਰਾਂਗੇ। ਤਾਂ ਵੱਡੀ ਸੰਖਿਆ ਹੈਗੀ ਆਪਣੇ ਕੋਲ ਜਿਹੜੀ ਹੈ ਵੱਡੀ ਸੰਖਿਆ 12, ਛੋਟੀ ਸੰਖਿਆ 6 ਤੇ ਇਹਨੂੰ ਭਾਗ ਕਰਾਂਗੇ ਆਪਾਂ, 6 ਦੂਣੀ 12। ਅਤੇ ਹੁਣ ਇੱਥੇ ਬਾਕੀ ਕਿੰਨਾ ਆ ਗਿਆ, ਇੱਥੇ 0, ਬਾਕੀ ਮਤਲਬ R ਜਿਹੜੀ ਆਹ ਚੀਜ਼ ਕਹੀ ਸੀ ਮੈਂ, ਬਾਕੀ 0 ਆ ਗਿਆ ਇੱਥੇ, ਆ ਦੇਖੋ ਅਤੇ 0 ਆ ਗਿਆ। ਇਹਦਾ ਮਤਲਬ ਆਪਣਾ ਜਿਹੜੀ ਛੋਟੀ ਸੰਖਿਆ ਹੈਗੀ 6 ਆ, ਉਹ ਕੀ ਹੋ ਗਿਆ, ਇਹਦਾ HCF ਹੋ ਗਿਆ 12 ਅਤੇ 6 ਦਾ। ਤਾਂ ਆਪਾਂ ਇੱਥੇ ਲਿਖ ਦਿਆਂਗੇ HCF 12 ਅਤੇ 6 ਦਾ ਕੀ ਹੋ ਗਿਆ, 6। ਤਾਂ ਇਹ ਤਾਂ ਹੋ ਗਈ ਗੱਲ ਵੀ ਜੇਕਰ ਇੱਥੇ 0 ਆ ਜੇ ਆਪਾਂ ਇੱਥੇ ਰੁਕ ਜਾਣਾ। ਹੁਣ ਆਪਾਂ ਜੇਕਰ ਇੱਥੇ 0 ਨਾ ਆਵੇ, ਮੰਨ ਲਓ ਇੱਥੇ 0 ਨਹੀਂ ਆਉਂਦੀ, ਤਾਂ ਫਿਰ ਆਪਾਂ ਕੀ ਕਰਾਂਗੇ, ਤਾਂ ਫਿਰ ਆਪਾਂ ਚੱਲਾਂਗੇ ਸਟੈਪ ਨੰਬਰ 2 'ਤੇ। ਫਿਰ ਆਪਾਂ ਸਟੈਪ ਨੰਬਰ 2 'ਤੇ ਚੱਲਾਂਗੇ। ਤਾਂ ਸਟੈਪ ਨੰਬਰ 2 'ਤੇ ਫਿਰ ਆਪਾਂ ਕੀ ਕਰਾਂਗੇ ਕਿ ਜੇਕਰ ਆਪਣੀ R 0 ਦੇ ਬਰਾਬਰ ਨਹੀਂ ਆਈ, ਤਾਂ ਆਪਾਂ ਜਿਹੜੀ B ਸੀਗੀ ਆਪਣੀ ਛੋਟੀ ਸੰਖਿਆ, ਜੀ ਮਤਲਬ ਆਪਣੀ A ਵੱਡੀ ਸੰਖਿਆ ਸੀ ਅਤੇ B ਛੋਟੀ ਸੰਖਿਆ ਸੀ, ਆਪਾਂ ਕੀ ਕੀਤਾ ਜੀ, ਆਪਾਂ A ਨੂੰ ਅੰਦਰ ਰੱਖਿਆ ਸੀਗਾ ਅਤੇ B ਨੂੰ ਆਪਾਂ ਭਾਗ ਕੀਤਾ ਸੀ, ਇੱਥੇ ਭਾਗਫਲ ਆਇਆ ਸੀ ਅਤੇ ਇੱਥੇ ਆਪਣੀ ਕੀ ਆਇਆ ਸੀ, ਬਾਕੀ ਬਚਿਆ R ਆਇਆ ਸੀਗਾ। ਹੁਣ ਆਪਾਂ ਕਿਹਾ ਵੀ R ਜੇ 0 ਨਾ ਆਵੇ ਤਾਂ ਆਪਾਂ ਕੀ ਕਰਾਂਗੇ, ਫਿਰ ਆਪਾਂ R ਨੂੰ ਇਸ B ਦੇ ਨਾਲ ਭਾਗ ਕਰਾਂਗੇ, ਮਤਲਬ B ਨੂੰ ਆਪਾਂ R ਦੇ ਨਾਲ ਆਪਾਂ ਭਾਗ ਕਰਾਂਗੇ। ਤਾਂ ਉਹ ਕਿਵੇਂ ਕਰਾਂਗੇ, ਇੱਥੇ ਆਪਾਂ B ਨੂੰ ਇੱਥੇ ਲਿਆਵਾਂਗੇ ਆਪਾਂ ਇਸ ਜਗ੍ਹਾ 'ਤੇ, ਅਤੇ R ਦੇ ਨਾਲ ਆਪਾਂ ਭਾਗ ਕਰਾਂਗੇ ਅਤੇ ਫਿਰ ਇਹਨੂੰ ਅੱਗੇ ਆਪਾਂ ਚਲਾਵਾਂਗੇ। ਇਹਦੀ ਆਪਾਂ ਇੱਕ ਉਦਾਹਰਨ ਲੈਂਦੇ ਹਾਂ, ਕੋਈ ਦੋ ਸੰਖਿਆਵਾਂ ਲੈਂਦੇ ਹਾਂ ਜਿਹਦੇ ਵਿੱਚ ਆਪਾਂ ਹੁਣ ਪਹਿਲਾ ਸਟੈਪ ਵੀ ਲਾਵਾਂਗੇ ਅਤੇ ਦੂਜਾ ਸਟੈਪ ਵੀ ਆਪਾਂ ਲਾਵਾਂਗੇ। ਤਾਂ ਆਪਣਾ ਐਗਜ਼ਾਮਪਲ ਲੈ ਲਈਏ, ਆਪਾਂ ਸੰਖਿਆ ਲੈ ਲਈਏ ਆਪਾਂ, ਇੱਕ ਹੋ ਗਈ 18 ਅਤੇ ਇੱਕ ਹੋ ਗਈ 12 ਮੰਨ ਲਓ। ਇਹਦੇ ਵਿੱਚ ਹੁਣ ਜਿਹੜੀ ਵੱਡੀ ਸੰਖਿਆ ਉਹਨੂੰ ਆਪਾਂ A ਮੰਨਾਂਗੇ ਅਤੇ ਜਿਹੜੀ ਛੋਟੀ ਸੰਖਿਆ ਉਹਨੂੰ ਆਪਾਂ B ਮੰਨਾਂਗੇ।
ਤੇ ਵੱਡੀ ਸੰਖਿਆ ਨੂੰ ਆਪਾਂ ਕੀ ਰੱਖ ਲਾਂਗੇ, ਵਿੱਚ ਰੱਖਾਂਗੇ ਤਾਂ ਜੋ ਛੋਟੀ ਸੰਖਿਆ 'ਤੇ ਆਪਾਂ ਭਾਗ ਕਰਾਂਗੇ। ਹੁਣ ਦੇਖੋ 12 ਨੂੰ 1 ਦੇ ਨਾਲ ਆਪਾਂ ਭਾਗ ਕੀਤਾ ਤਾਂ ਕਿੰਨਾ ਬਾਕੀ ਬਚਿਆ ਆਪਣੇ ਕੋਲ 6। ਇਹਦਾ ਮਤਲਬ ਇੱਥੇ 0 ਨਹੀਂ ਆਏਗਾ, ਮਤਲਬ ਜਿਹੜਾ ਬਾਕੀ ਮਤਲਬ ਆਰ ਆ ਜਿਹੜਾ ਉਹ 0 ਨਹੀਂ ਆਇਆ ਆਪਣਾ। ਤਾਂ ਆਪਾਂ ਜਿਹੜਾ ਦੂਜਾ ਸਟੈਪ ਆ ਮੈਂ ਕਿਹਾ ਸੀ ਉਹ ਵਰਤਾਂਗੇ। ਤਾਂ ਆਪਾਂ ਕੀ ਕਰਾਂਗੇ, ਜਿਹੜਾ ਆਹ 12 ਇਹਨੂੰ ਇੱਥੇ ਲਿਆ ਕੇ ਆਪਾਂ 6 'ਤੇ ਭਾਗ ਕਰਾਂਗੇ। ਤਾਂ 6 ਨੂੰ 2 ਨਾਲ ਕੀਤਾ ਅਤੇ 12, ਹੁਣ ਇੱਥੇ 0 ਆ ਗਿਆ ਆਪਾਂ। ਹੁਣ 0 ਆ ਗਿਆ ਤਾਂ ਜਦੋਂ ਹੀ 0 ਆ ਜਾਊਗਾ ਆਪਣਾ ਬਾਕੀ, ਤਾਂ 0 ਦੇ ਆਪਾਂ ਖੱਬੇ ਪਾਸੇ ਜਿਹੜੀ ਇੱਥੇ ਪਈ ਹੋਊਗੀ ਜਿਹੜਾ ਭਾਜਕ ਹੋਊਗਾ ਉਹ ਕੀ ਹੋਊਗਾ, ਆਪਣਾ ਉੱਤਰ ਹੋਊਗਾ, HCF ਹੋਊਗਾ। ਤਾਂ ਇੱਥੇ ਆਪਣਾ ਜਿਹੜਾ HCF ਆ ਗਿਆ 18 ਅਤੇ 12 ਦਾ HCF ਕਿੰਨਾ ਆ ਗਿਆ, 6 ਆ ਗਿਆ। ਤਾਂ ਇਸ ਤਰੀਕੇ ਦੇ ਨਾਲ ਜਿਹੜੀ ਆਪਣੀ ਜਿਹੜੀ ਆ ਇਹ ਯੂਕਲਿਡ ਵੰਡ ਐਲਗੋਰਿਥਮ ਦੇ ਨਾਲ ਆਪਾਂ ਦਿੱਤੀਆਂ ਹੋਈਆਂ ਦੋ ਸੰਖਿਆਵਾਂ ਦਾ HCF ਮਤਲਬ ਮੰਮਾ ਸੱਸਾ ਵਾਵਾ ਪਤਾ ਕਰ ਸਕਦੇ ਹਾਂ। ਹੁਣ ਆਪਾਂ ਇੱਕ ਉਦਾਹਰਨ ਹੋਰ ਲਵਾਂਗੇ। ਤਾਂ ਉਹਦੇ ਲਈ ਇੱਕ ਪੇਜ ਹੋਰ ਲੈਂਦੇ ਹਾਂ, ਇੱਕ ਉਦਾਹਰਨ ਹੋਰ ਲੈਂਦੇ ਹਾਂ ਆਪਾਂ, ਚੰਗੀ ਤਰ੍ਹਾਂ ਸਮਝਣ ਦੇ ਲਈ ਜ਼ਰੂਰੀ ਆ। ਆਪਾਂ ਮੰਨ ਲਓ ਕੋਈ ਦੋ ਸੰਖਿਆਵਾਂ ਲੈ ਲਈਆਂ 18 ਅਤੇ 40। ਤਾਂ ਇਹਦੇ ਵਿੱਚ ਵੱਡੀ ਸੰਖਿਆ ਜਿਹੜੀ ਆ ਉਹਨੂੰ ਆਪਾਂ ਛੋਟੀ 'ਤੇ ਭਾਗ ਕਰ ਦਿਆਂਗੇ। ਵੱਡੀ ਸੰਖਿਆ 40 ਆ ਤਾਂ ਇਹਨੂੰ 18 ਕਿੰਨੇ 'ਤੇ ਜਾਊਗਾ, 18 ਨੂੰ 2 ਨਾਲ ਕੀਤਾ, 18 ਦੂਣੇ ਕਿੰਨਾ ਹੋ ਗਿਆ 36, ਕਿੰਨਾ ਬਚਿਆ 4। ਹੁਣ ਦੇਖੋ ਇੱਥੇ ਬਾਕੀ 4 ਬਚ ਗਿਆ, ਇਹਦਾ ਮਤਲਬ ਹਜੇ ਆਪਾਂ ਇਹਨੂੰ ਅੱਗੇ ਹੋਰ ਚਲਾਵਾਂਗੇ। ਤਾਂ ਆਪਾਂ ਜਿਹੜਾ 18 ਸੀ ਉਹਨੂੰ ਇੱਥੇ ਲਿਆਵਾਂਗੇ ਅਤੇ 4 ਦੇ ਨਾਲ ਉਹਨੂੰ ਭਾਗ ਕਰਾਂਗੇ। 4 ਚੌਕੇ 16, ਕਿੰਨਾ ਬਚਿਆ 2, ਬਾਕੀ 2 ਬਚਿਆ। ਇਹਦਾ ਮਤਲਬ ਹਜੇ ਫਿਰ ਆਪਾਂ ਅੱਗੇ ਚੱਲਾਂਗੇ। ਫਿਰ ਹੁਣ ਆਪਾਂ ਆਹ ਜਿਹੜਾ 4 ਆ ਇਹਨੂੰ ਇੱਥੇ ਲਿਆ ਕੇ 2 'ਤੇ ਭਾਗ ਕਰਾਂਗੇ। 2 ਦੂਣੀ 4 ਅਤੇ ਬਾਕੀ ਕਿੰਨਾ ਬਚਿਆ 0। ਤਾਂ ਹੁਣ ਆਪਣਾ ਬਾਕੀ 0 ਬਚ ਗਿਆ ਅਤੇ 0 ਦੇ ਖੱਬੇ ਪਾਸੇ ਜਿਹੜਾ ਭਾਜਕ ਆ ਉਹ ਕੀ ਆ ਗਿਆ, ਆਪਣਾ ਉੱਤਰ ਆ ਗਿਆ, ਉਹ ਕੀ ਆਪਣਾ 2 ਆ। ਤਾਂ ਆਪਾਂ ਇੱਥੇ ਲਿਖਾਂਗੇ HCF ਆ ਜਿਹੜਾ 18 ਅਤੇ 40 ਦਾ HCF ਕਿੰਨਾ ਹੋ ਗਿਆ 2 ਆ ਗਿਆ। ਕਲੀਅਰ ਹੋ ਰਿਹਾ ਹੁਣ ਤੁਹਾਨੂੰ। ਤਾਂ ਇਸੇ ਤਰੀਕੇ ਨਾਲ ਆਪਾਂ ਇੱਕ ਹੋਰ ਉਦਾਹਰਨ ਲਵਾਂਗੇ, ਦੋ ਵੱਡੀਆਂ ਸੰਖਿਆਵਾਂ ਲਵਾਂਗੇ। ਮੰਨ ਲਓ ਜੇ ਕਾਫੀ ਵੱਡੀਆਂ ਸੰਖਿਆਵਾਂ ਆਪਣੇ ਕੋਲ ਆ ਜਾਂਦੀਆਂ ਤਾਂ ਉਹ ਆਪਾਂ ਕਿਵੇਂ ਆਪਾਂ ਉਹਦਾ ਜਿਹੜਾ HCF ਪਤਾ ਕਰਾਂਗੇ ਇਸੇ ਵਿਧੀ ਦੇ ਰਾਹੀਂ। ਮੰਨ ਲਓ ਆਪਾਂ ਕੋਲ ਦੋ ਸੰਖਿਆ 360 ਅਤੇ 456, ਆਹ ਮੰਨ ਲਓ ਆਪਣੇ ਕੋਲ ਦੋ ਸੰਖਿਆਵਾਂ ਆ ਗਈਆਂ। ਤਾਂ ਇਹਦਾ ਆਪਾਂ ਪਤਾ ਕਰਨਾ ਮੰਮਾ ਸੱਸਾ ਵਾਵਾ ਜਾਂ HCF। ਤਾਂ ਇਹਦੇ 'ਚੋਂ ਵੱਡੀ ਸੰਖਿਆ ਕਿਹੜੀ ਆ, ਵੱਡੀ ਸੰਖਿਆ ਆਪਣੀ ਹੈਗੀ ਆ 456। ਥੋੜ੍ਹਾ ਜਿਹਾ ਵੱਡਾ ਕਰਕੇ ਲਿਖ ਲਈਏ। 456 ਨੂੰ ਆਪਾਂ ਅੰਦਰ ਰੱਖਿਆ ਅਤੇ 360 ਨੂੰ ਬਾਹਰ ਰੱਖ ਕੇ ਆਪਾਂ ਭਾਗ ਕਰਾਂਗੇ। 360 ਨੂੰ 1 ਨਾਲ ਕਰਾਂਗੇ, ਇੱਥੇ ਆ ਗਿਆ 360। ਇੱਥੇ ਕਿੰਨਾ ਆਇਆ ਆਪਣੇ ਕੋਲ, ਪਿੱਛੇ ਬਚਿਆ 96 ਆਇਆ। ਇਹਦਾ ਮਤਲਬ 0 ਨਹੀਂ ਆਇਆ। ਤਾਂ ਜਿਹੜਾ ਆਪਾਂ 360 ਨੂੰ ਇੱਥੇ ਲਿਆ ਕੇ 96 'ਤੇ ਭਾਗ ਕਰਾਂਗੇ। 360 ਇੱਥੇ ਲਿਆਤਾ ਤਾਂ 96 ਨੂੰ 3 ਨਾਲ ਭਾਗ ਕੀਤਾ, 96 ਨੂੰ 3 ਨਾਲ ਗੁਣਾ ਕੀਤਾ ਤਾਂ ਕਿੰਨਾ ਆਇਆ 288। ਅਤੇ ਇਹ ਆਪਣੇ ਕੋਲ ਕਿੰਨਾ ਬਾਕੀ ਆਇਆ 72, ਮਤਲਬ 0 ਨਹੀਂ ਆਇਆ। ਜਿੰਨਾ ਚਿਰ 0 ਨਹੀਂ ਆਉਂਦਾ ਆਪਾਂ ਭਾਗ ਕਰੀ ਜਾਣੀ ਆ। ਕੀ ਲਿਆਵਾਂਗੇ ਹੁਣ ਆਪਾਂ 96 ਨੂੰ ਇੱਥੇ ਲਿਆਵਾਂਗੇ, 96 ਨੂੰ ਆਪਾਂ 72 'ਤੇ ਭਾਗ ਕਰ ਦਿਆਂਗੇ ਤਾਂ ਕਿੰਨਾ ਆ ਜਾਊਗਾ 72 ਏਕਮ 72 ਅਤੇ ਪਿੱਛੇ ਕਿੰਨਾ ਬਚਿਆ ਆਪਣੇ ਕੋਲ 24। ਇਹਦਾ ਮਤਲਬ ਹਜੇ ਵੀ 0 ਨਹੀਂ ਆਇਆ ਤਾਂ ਹੋਰ ਭਾਗ ਕਰਨੀ ਪਊਗੀ ਆਪਾਂ ਨੂੰ। ਤਾਂ ਕੀ ਲਿਆਵਾਂਗੇ ਫਿਰ ਆਪਾਂ ਆਹ 72 ਨੂੰ ਇੱਥੇ ਲਿਆ ਕੇ 24 ਨਾਲ ਭਾਗ ਕਰ ਦਿਆਂਗੇ। ਇਹ ਕਿੰਨੇ 'ਤੇ ਜਾਊਗਾ 24 ਤੀਏ 72 ਅਤੇ ਇਹ ਆਪਣੇ ਕੋਲ ਕੀ ਆ ਗਿਆ ਹੁਣ 0 ਆ ਗਿਆ। ਹੁਣ ਬਾਕੀ ਆਪਣੇ ਕੋਲ 0 ਆ ਗਿਆ ਜਦੋਂ, ਤਾਂ 0 ਦੇ ਖੱਬੇ ਪਾਸੇ ਜਿਹੜਾ ਭਾਜਕ ਹੋਊਗਾ ਉਹ ਕੀ ਹੋਊਗਾ, ਆਪਣਾ ਉੱਤਰ ਹੋਊਗਾ, ਉਹ ਕੀ ਇੱਥੇ 24 ਹੈ। ਤਾਂ ਆਪਾਂ ਲਿਖਾਂਗੇ HCF 360 ਅਤੇ 456 ਦਾ ਜਿਹੜਾ HCF ਆ ਉਹ ਕਾਹਦੇ ਬਰਾਬਰ ਆ 24। ਇਹ ਸੀਗੀ ਆਪਣੀ ਜਿਹੜੀ ਵਿਧੀ ਮੰਮਾ ਸੱਸਾ ਵਾਵਾ ਜਾਂ HCF ਪਤਾ ਕਰਨ ਦੀ। ਕਿਹੜੀ ਵਿਧੀ ਨਹੀਂ, ਯੂਕਲਿਡ, ਮੈਂ ਦੁਬਾਰਾ ਅਖੀਰ 'ਤੇ ਫਿਰ ਲਿਖ ਦਿੰਦਾ, ਯੂਕਲਿਡ ਵੰਡ ਐਲਗੋਰਿਥਮ ਵਿਧੀ, ਐਲਗੋਰਿਥਮ
ਰਿਤਮ ਵਿਧੀ, ਇਹ ਸੀ ਆਪਣੀ ਵਿਧੀ ਜਿਹਦੇ ਨਾਲ ਆਪਾਂ ਕੋਈ ਵੀ ਦਿੱਤੀਆਂ ਹੋਈਆਂ ਦੋ ਸੰਖਿਆਵਾਂ ਦਾ HCF ਪਤਾ ਕਰ ਸਕਦੇ ਹਾਂ। ਤਾਂ ਇਹ ਵੀਡੀਓ ਨੂੰ ਦੇਖ ਕੇ ਤੁਸੀਂ ਆਪਣੀਆਂ ਨੋਟਬੁੱਕਸ ਦੇ ਉੱਪਰ ਜਿਹੜੇ ਇਹਦੇ ਹੈਗੇ ਆ ਹੋਰ ਵੀ ਇਸ ਤਰੀਕੇ ਦੇ ਜਿਹੜੇ ਸਵਾਲ ਹੈਗੇ ਆ ਉਹ ਨੋਟ ਕਰੋ, ਇਹਨੂੰ ਚੰਗੀ ਤਰ੍ਹਾਂ ਸਮਝੋ, ਅਤੇ ਇੱਦੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਅਗਲੇ ਸਵਾਲ ਸਮਝਾਂਗੇ।